ਨੂਪਰ ਸ਼ਰਮਾ ਕਾਰਨ ਭਾਰਤ ਦੀ ਦੁਨੀਆ 'ਚ ਹੋਈ ਤੋਏ ਤੋਏ। ਇਨਾਮ ਲੈਣ ਦੀ ਦੌੜ ਵਿੱਚ ਨੂਪਰ ਹੋਈ ਪਾਰਟੀ ਤੋਂ ਬਾਹਰ। ਕਾਸ਼ ਮੋਦੀ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਨੱਥ ਪਾਈ ਹੁੰਦੀ, ਦੇਸ਼ ਨੂੰ ਨਮੋਸ਼ਨੀ ਨਾ ਚੱਲਣੀ ਪੈਂਦੀ। ਸਤਿਕਾਰਯੋਗ ਹਜ਼ਰਤ ਮੁਹੰਮਦ ਦੇ ਜੀਵਨ ਦੀ ਟਿੱਪਣੀ ਭਾਰਤ ਦੇਸ਼ ਦੀ ਇਸਲਾਮ ਮੁਲਕਾਂ ਨਾਲ ਠੜਕੀ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਨੂਪਰ ਸ਼ਰਮਾ ਵੱਲੋਂ ਟਾਈਮਜ਼ ਨੋ ਉੱਪਰ ਸਤਿਕਾਰਯੋਗ ਹਜ਼ਰਤ ਮੁਹੰਮਦ ਜੀ ਦੇ ਜੀਵਨ ਉੱਤੇ ਜੋ ਟਿੱਪਣੀ ਕੀਤੀ, ਉਸ ਕਾਰਨ ਦੇਸ਼ ਦੇ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਜੋ ਭਾਰਤ ਦੀ ਖਿੱਲੀ ਉੱਡ ਰਹੀ ਹੈ, ਉਸ ਬਾਰੇ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲੇ ਇਹ ਦੇਖਣਾ ਪਏਗਾ ਕਿ ਨੂਪਰ ਸ਼ਰਮਾ ਜੋ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਔਰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਨ, ਨੇ ਅਜਿਹੀ ਗੈਰ ਜ਼ਿੰਮੇਵਾਰੀ ਵਾਲੀ ਟਿੱਪਣੀ ਕਿਉਂ ਕੀਤੀ? ਉਹਨਾਂ ਨੂੰ ਕੀ ਲੋੜ ਸੀ ਹਜ਼ਰਤ ਮੁਹੰਮਦ ਜੀ ਦੇ ਨਿੱਜੀ ਜੀਵਨ ਵਿੱਚ ਕੁਝ ਗੱਲਾਂ ਲੱਗ ਪਏ ਉਹਨਾਂ 'ਤੇ ਟਿੱਪਣੀ ਕਰਨੀ? ਇਹਦੇ ਪਿੱਛੇ ਇੱਕੋ ਹੀ ਰਾਜ ਸੀ। ਉਹ ਰਾਜ ਹੈ ਕਿ ਜਿਹੜਾ ਮੁਸਲਮਾਨ ਸਮੁਦਾਇ ਦੀ ਵੱਧ ਤੋਂ ਵੱਧ ਪੱਤ ਲਾਂਦਾ, ਉਸ ਦਾ ਪਾਰਟੀ ਵਿੱਚ ਅਤੇ ਮੋਦੀ ਸਰਕਾਰ ਵਿੱਚ ਰੁਤਬਾ ਦਰ-ਬਦਰ ਵੱਧਦਾ ਜਾਂਦਾ, ਉਸ ਨੂੰ ਇਨਾਮ ਦਿੱਤਾ ਜਾਂਦਾ। ਇਸ ਦੀਆਂ ਮਿਸਾਲਾਂ ਪਹਿਲੇ ਵੀ ਹਨ। ਅਨੁਰਾਗ ਠਾਕਰ ਜੋ ਕਿ ਪ੍ਰੇਮ ਧੂਮਲ ਜਿਨ੍ਹਾਂ ਦੇ ਪਿਤਾ ਹਨ, ਹਿਮਾਚਲ ਦੇ 3 ਵਾਰੀ ਚੀਫ ਮਿਨਿਸਟਰ ਰਹੇ ਹਨ, ਮੈਂਬਰ ਪਾਰਲੀਮੈਂਟ ਰਹੇ ਹਨ। ਅਨੁਰਾਗ ਠਾਕਰ ਵੀ ਵਿਦੇਸ਼ਾਂ ਤੋਂ ਪੜ੍ਹ ਕੇ ਆਏ ਹੋਏ। ਉਹ ਮਿਨਿਸਟਰ ਆਫ ਸਟੇਟ ਸੀਗੇ ਜਦੋਂ ਉਹਨਾਂ ਨੇ ਚੋਣ ਰੈਲੀ ਵਿੱਚ ਬੜੀ ਹੀ ਗੈਰ ਜ਼ਿੰਮੇਵਾਰ ਭੜਕਾਊ ਭਾਸ਼ਾ ਵਿੱਚ ਮੁਸਲਮਾਨਾਂ 'ਤੇ ਹਮਲਾ ਕੀਤਾ। ਦੇਸ਼ ਕੇ ਗਦਾरों को ਗੋਲੀ ਮਾਰੋ ਸਾਰੋਂ ਕੋ। ਉਸ ਤੋਂ ਬਾਅਦ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ, ਪਰ ਉਹਨਾਂ ਦਾ ਰੁਤਬਾ ਮਿਨਿਸਟਰ ਆਫ ਸਟੇਟ ਫਾਰ ਫਾਈਨਾਂਸ ਤੋਂ ਵਧਾ ਕੇ ਕੈਬਨਿਟ ਦਾ ਕਰ ਦਿੱਤਾ ਗਿਆ ਅਤੇ ਉਹ ਦੇਸ਼ ਦੇ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ ਮੰਤਰੀ ਬਣਾ ਦਿੱਤੇ ਗਏ। ਉਹਨਾਂ ਨੂੰ ਕੈਬਨਿਟ ਰੈਂਕ ਦੇ ਦਿੱਤਾ। ਤੋ ਇਸ ਕਰਕੇ ਬੀਜੇਪੀ ਦੇ ਵਰਕਰਾਂ ਵਿੱਚ ਇਸ ਤਰ੍ਹਾਂ ਦੀ ਇੱਕ ਹੋੜ ਲੱਗੀ ਹੋਈ ਆ ਕਿ ਅਗਰ ਅਸੀਂ ਪਾਕਿਸਤਾਨ ਬਾਰੇ ਜਾਂ ਦੇਸ਼ ਦੇ ਅੰਦਰਲੇ ਮੁਸਲਮਾਨ ਸਮੁਦਾਇ ਬਾਰੇ ਜਾਂ ਉਹਨਾਂ ਦੀਆਂ ਮਸਜਿਦਾਂ ਬਾਰੇ ਕੋਈ ਵੱਡੀ ਜਿਹੀ ਟਿੱਪਣੀ ਕਰਾਂਗੇ ਜਿਹੜੀ ਭੜਕਾਊ ਹੋਵੇ, ਜਿਹੜੀ ਲੋਕਾਂ ਦੇ ਠੰਡੇ ਖੂਨਾਂ ਵਿੱਚ ਵੀ ਜੋਸ਼ ਲਿਆ ਦੇ ਔਰ ਮਾਹੌਲ ਨੂੰ ਗਰਮ ਕਰੇ ਔਰ ਬੀਜੇਪੀ ਦਾ ਜਿਹੜਾ ਹਿੰਦੂਤਵਾ ਦਾ ਮੁੱਦਾ ਉਸ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਸਹਾਈ ਹੋਵੇ, ਤਾਂ ਜੋ ਵੱਧ ਤੋਂ ਵੱਧ ਹਿੰਦੂ ਵੋਟਰ ਬੀਜੇਪੀ ਨਾਲ ਜੁੜੇ ਰਹਿਣ। ਉਹ ਬੀਜੇਪੀ ਦਾ ਇੱਕ ਕਿਸਮ ਦਾ ਸਰੀਰਕ ਅੰਗ ਹੀ ਬਣ ਜਾਣ, ਉਹਨਾਂ ਨੂੰ ਕੋਈ ਤੋੜ ਨਾ ਸਕੇ। ਇਸ ਦੌੜ ਦੀ ਸ਼ਿਕਾਰ ਨੂਪਰ ਸ਼ਰਮਾ ਨੇ ਟਾਈਮਜ਼ ਨੋ ਦੇ ਪ੍ਰੋਗਰਾਮ ਵਿੱਚ ਇੱਕ ਪੈਨਲ ਡਿਸਕਸ਼ਨ ਵਿੱਚ ਸਤਿਕਾਰਯੋਗ ਹਜ਼ਰਤ ਮੁਹੰਮਦ ਜੀ ਦੇ ਨਿੱਜੀ ਜੀਵਨ ਉੱਪਰ ਇੱਕ ਟਿੱਪਣੀ ਕਰਤੀ। ਇਸ ਟਿੱਪਣੀ ਦਾ ਇੱਕ ਦੁਨੀਆ 'ਚ
बबाल उठ गया और जिथे देश दे अंदर मुसलमान समुदाय बड़ा दबिया बैठा सी, वो भी सड़कों ते आ गया ਅਤੇ ਵਿਦੇਸ਼ਾਂ ਵਿੱਚ 57 ਇਸਲਾਮਿਕ ਕੰਟਰੀਆਂ ਨੇ ਆਪਣੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਿੱਚ ਵੀ ਇਹਦਾ ਨੋਟਿਸ ਲਿਆ। ਉੱਥੇ ਪਾਕਿਸਤਾਨ ਨੂੰ ਇੰਡੀਆ ਦੇ ਵਿਰੁੱਧ ਗਰਮ ਤਕਰੀਰ ਕਰਨ ਦਾ, ਭੜਕਾਊ ਭਾਸ਼ਣ ਦੇਣ ਦਾ ਤੇ ਮੁਸਲਮਾਨ ਮੁਲਕਾਂ ਦੇ ਨੁਮਾਇੰਦਿਆਂ ਨੂੰ ਉਕਸਾਉਣ ਦਾ ਬਹੁਤ ਵੱਡਾ ਮੌਕਾ ਇਸ ਗੱਲ ਤੋਂ ਮਿਲਿਆ, ਕਿਉਂਕਿ ਗੱਲ ਵੱਧਦੀ ਮੁਸਲਮਾਨ ਸਮੁਦਾਇ ਤੋਂ ਉਹਨਾਂ ਦੇ ਨਬੀ ਤੱਕ ਚਲੀ ਗਈ। ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਹਜ਼ਰਤ ਮੁਹੰਮਦ ਜੀ ਦਾ ਜਨਮ ਦਿਨ, ਉਹਨਾਂ ਦੇ ਨਬੀ ਦਾ ਜਨਮ ਦਿਨ ਸਾਰੇ ਮੁਸਲਮਾਨਾਂ ਵਿੱਚ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਸਾਡੇ ਦੇਸ਼ ਵਿੱਚ ਦੀਵਾਲੀ ਮਨਾਈ ਜਾਂਦੀ ਹੈ, ਕ੍ਰਿਸਚੀਅਨ ਕ੍ਰਿਸਮਸ ਮਨਾਉਂਦੇ ਹਨ। ਸਾਰੇ ਦੇਸ਼ ਇਸਲਾਮਿਕ ਕੰਟਰੀ ਉੱਥੇ ਲਾਈਟਨਿੰਗ ਕੀਤੀ ਜਾਂਦੀ ਹੈ। ਲੋਕੀ ਉਸ ਦਿਨ ਸੱਜ ਧੱਜ ਕੇ ਨਵੇਂ ਕੱਪੜੇ ਪਾ ਕੇ ਮਸਜਿਦਾਂ 'ਚ ਜਾਂਦੇ ਆ ਸਵੇਰੇ, ਔਰ ਉਸ ਤੋਂ ਬਾਅਦ ਸ਼ਾਮ ਨੂੰ ਸਾਰਾ ਦਿਨ ਇੱਕ ਮੇਲੇ ਦਾ ਮਾਹੌਲ ਰਹਿੰਦਾ ਹੈ। ਲੋਕ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਹਨ ਅਤੇ ਸਭ ਪਾਸੇ ਰੌਣਕ ਹੀ ਰੌਣਕ ਹੁੰਦੀ ਹੈ। ਹਰ ਮੁਸਲਮਾਨ ਦੇ ਚਿਹਰੇ 'ਤੇ ਨਬੀ ਦੇ ਜਨਮ ਦਿਨ ਦੀ ਇੱਕ ਖੁਸ਼ੀ ਦੀ ਲਹਿਰ ਚਮਕ ਰਹੀ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਵੀ ਨੂਪਰ ਦੀ ਇਸ ਸਟੇਟਮੈਂਟ ਨੂੰ ਮੀਡੀਆ ਰੋਕ ਸਕਦਾ ਸੀ। ਨਵੀਕਾ ਕੁਮਾਰ ਜੋ ਸੰਪਾਦਕ भी है टाइम नाउ ਦੀ और एडिटर भी है, और वो पैनल डिस्कशन ਦੀ एंकर सी, उसने इस भड़काऊ स्टेटमेंट टिप्पणी ते रोकण का कोई उपराला नहीं किया। वो अपना प्रोग्राम विचों नुपर नूं बाहर भी कढ़ सकती सी ਅਤੇ प्रोटेस्ट भी कर सकती सी, वो माफ़ी भी मंग सकती सी, पर नविका कुमार भी उस भड़काऊ टिप्पणी नूं ਵਧਾਉਣ ਵਿੱਚ ਉਸਨੇ ਪੂਰਾ ਰੋਲ ਪਲੇ ਕੀਤਾ ਹੈ। ਇਸ ਦਾ ਉਸ ਉੱਪਰ ਵੀ ਐਕਸ਼ਨ ਹੋਣਾ ਚਾਹੀਦਾ ਸੀ, ਪਰ ਉਹ ਐਕਸ਼ਨ ਨਹੀਂ ਹੋ ਸਕਦਾ ਕਿਉਂਕਿ ਇਨਫੋਰਮੇਸ਼ਨ ਮਿਨਿਸਟਰ अनुराग ठाकुर तो खुद ही कहते हैं कि देश के गद्दारों को गोली मारो सालों को। हुण सवाल है कि जिहड़े आयल प्रोड्यूसिंग कंट्री हैं, खाड़ी दे देश हैं और इस्लामिक कंट्री है, उन्हां विच बड़ा ज़बरदस्त रोह भरिया भारत विरुद्ध प्रदर्शन हो रहा है। भारत दीयां चीज़ां नूं बाईकाट करन दा नारा दे दिता गया है। ਥਾਂ ਤੇ ਭਾਰਤੀਆਂ ਵਿਰੁੱਧ ਪ੍ਰੋਟੈਸਟ ਹੋ ਰਹੇ ਹਨ, ਵੱਡੇ ਵੱਡੇ ਜਲੂਸ ਨਿਕਲ ਰਹੇ ਹਨ। ਸੋ ਕਤਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਕੋਈ ਵੀ ਭਾਰਤ ਦੀ ਚੀਜ਼ ਨਹੀਂ ਵਿਕੇਗੀ ਅਤੇ ਬਹੁਤ ਸਾਰੇ ਸਟੋਰਾਂ ਨੇ ਭਾਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਉੱਪਰ ਕੱਪੜੇ ਪਾ ਦਿੱਤੇ ਹਨ ਤਾਂ ਜੇ ਉਹਨਾਂ ਦੇ ਸਟੋਰਾਂ ਦਾ ਕੋਈ ਨੁਕਸਾਨ ਨਾ ਹੋ। ਦੇਖਣਾ ਇਹ ਹੋਵੇਗਾ ਕਿ ਭਾਰਤ ਦੇ 2.5 ਕਰੋੜ ਲੋਕ ਇਹਨਾਂ ਖਾੜੀ ਦੇਸ਼ਾਂ ਵਿੱਚ ਕੰਮ ਕਰਦੇ ਹਨ ਅਤੇ ਸਾਲ ਦੇ 6-7 ਬਿਲੀਅਨ ਡਾਲਰ ਕਮਾ ਕੇ ਭਾਰਤ ਵਿੱਚ ਭੇਜਦੇ ਹਨ, ਜਿਹੜੀ ਬਹੁਤ ਵੱਡੀ ਗਿਣਤੀ ਵਿੱਚੋਂ ਕੇਰਲਾ ਦੇ ਲੋਕ, ਮਲਿਆਲੀ ਦੇ ਲੋਕ, ਪੰਜਾਬੀ, ਹਿੰਦੂ, ਬਾਕੀ ਸਾਰੇ ਦੇਸ਼ ਵਿੱਚੋਂ ਵੱਡੇ ਵੱਡੇ ਸ਼ਹਿਰਾਂ 'ਚੋਂ, ਛੋਟੇ ਛੋਟੇ ਪਿੰਡਾਂ 'ਚੋਂ, ਕਸਬਿਆਂ 'ਚੋਂ ਉੱਥੇ ਮਜ਼ਦੂਰੀ ਕੰਮ ਕਰਦੇ ਹਨ। ਕਾਰਪੈਂਟਰ ਹਨ, ਇਲੈਕਟ੍ਰੀਸ਼ੀਅਨ ਹਨ, ਮੈਸਨਰ ਹਨ, ਟੈਕਸੀਆਂ ਚਲਾਉਂਦੇ ਹਨ, ਟਰੱਕ ਚਲਾਉਂਦੇ ਹਨ, ਹੋਟਲਾਂ ਵਿੱਚ ਵੇਟਰ ਹਨ, ਕੁੱਕ ਹਨ। ਸੋ ਉਹਨਾਂ ਸਾਰਿਆਂ ਦਾ ਜੀਵਨ ਖਤਰੇ ਵਿੱਚ ਪੈ ਗਿਆ ਹੈ, ਰੁਜ਼ਗਾਰ ਖਤਰੇ 'ਚ ਪੈ ਗਿਆ। ਉਹਨਾਂ ਦੇ ਸੰਬੰਧੀ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬੜੀ
ਔਖੀ ਨੀਂਦ ਸੌਂਦੇ ਹਨ, ਕਿਉਂਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਜੇਕਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਟੱਬਰ ਦੇ ਹੈਡ ਨੂੰ, ਜੋ ਬਾਹਰ ਮਜ਼ਦੂਰੀ ਕਰਦਾ ਹੈ ਇਹਨਾਂ ਮੁਲਕਾਂ 'ਚ, ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਦਾ ਅੱਗੋਂ ਘਰ ਕਿਵੇਂ ਚੱਲੇਗਾ, ਜਦ ਕਿ ਭਾਰਤ ਵਿੱਚ ਪਹਿਲੇ ਹੀ ਬੜੀ ਅਨਇੰਪਲਾਇਮੈਂਟ। ਔਰ ਇਹਨਾਂ ਮੁਲਕਾਂ ਦੀ ਜਿਹੜੀ ਇਨਵੈਸਟਮੈਂਟ ਹੈ, ਸਾਊਦੀ ਅਰੇਬੀਆ ਤੇ UAE, ਜਦੋਂ ਵਰਲਡ ਦੇ ਟ੍ਰੇਡ ਸੈਂਟਰ ਦੇ 2 ਟਾਵਰ ਹਵਾਈ ਜਹਾਜ਼ ਮਾਰ ਕੇ ਗਿਰਾਏ ਗਏ, ਉਹਨਾਂ ਦੇ ਜਿਹੜੇ ਪਾਇਲਟ ਸੀ ਉਹ ਸਾਊਦੀ ਅਰੇਬੀਆ ਤੋਂ ਸੀ। ਉਹਨਾਂ ਦੇ ਪਾਇਲਟਾਂ ਕਰਕੇ ਅਮਰੀਕਾ ਨੇ ਸਾਊਦੀ ਅਰੇਬੀਆ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀ। ਸਾਊਦੀ ਅਰੇਬੀਆ ਨੇ ਰਿਐਕਸ਼ਨ ਵਿੱਚ ਅਮਰੀਕਾ ਦੇ ਬੈਂਕਾਂ ਵਿੱਚ ਜਿਹੜੀ ਉਹਨਾਂ ਦੀ ਅਰਬਾਂ ਖਰਬਾਂ ਦੇ ਡਾਲਰ ਪਏ ਹੋਏ ਸੀ, ਉਹਨਾਂ ਡਾਲਰਾਂ ਨੂੰ ਉਹਨਾਂ ਨੇ ਉੱਥੋਂ ਟ੍ਰਾਂਸਫਰ ਕਰਕੇ ਚੀਨ ਦੇ ਬੈਂਕਾਂ ਵਿੱਚ ਅਤੇ ਭਾਰਤ ਵਿੱਚ ਇਨਵੈਸਟ ਕਰਨ ਦਾ ਪ੍ਰੋਗਰਾਮ ਬਣਾਇਆ। ਉਸੇ ਸਿਲਸਿਲੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 2 ਵਾਰੀ UAE ਗਏ, ਉਹਨਾਂ ਦਾ ਬੜਾ ਆਦਰ ਮਾਣ ਹੋਇਆ। ਸਾਊਦੀ ਅਰੇਬੀਆ ਜੋ ਸਭ ਤੋਂ ਅਮੀਰ ਮੁਲਕ ਹੈ, ਜਿੱਥੇ ਮੱਕਾ ਮਦੀਨਾ ਵੀ ਹੈ, ਉਹਨਾਂ ਨੇ ਵੀ ਭਾਰਤ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਔਰ ਉਹਨਾਂ ਨੇ ਭਾਰਤ ਤੋਂ 25,000 ਏਕੜ ਜ਼ਮੀਨ ਮੰਗੀ, ਜਿਸ ਵਿੱਚ ਸਾਊਦੀ ਅਰੇਬੀਆ ਲਈ ਉਹਨਾਂ ਨੇ ਆਪਣਾ ਸਬਜ਼ੀਆਂ ਦਾ ਫਾਰਮ ਹਾਊਸ ਬਣਾਉਣਾ ਸੀ, ਕਿਉਂਕਿ ਉਹ ਮਾਰੂਥਲ ਹੈ, ਰੇਤਲਾ ਇਲਾਕਾ ਹੈ, ਉੱਥੇ ਸਬਜ਼ੀਆਂ ਨਹੀਂ ਹੁੰਦੀਆਂ, ਸਬਜ਼ੀਆਂ ਬਾਹਰੋਂ ਮੰਗਾਈਆਂ ਜਾਂਦੀਆਂ। ਸੋ ਇਹ ਸਾਰਾ ਸਿਲਸਿਲਾ ਜੋ ਖਾੜੀ ਦੇਸ਼ਾਂ ਦੇ ਰਾਜੇ, ਕਿੰਗ, ਮਿਨਿਸਟਰ ਇੱਥੇ ਆਪਣੀ ਇਨਵੈਸਟਮੈਂਟ ਕਰ ਰਹੇ ਸੀ, ਉਹਦੇ ਵਿੱਚ ਵੀ ਕੁਝ ਅੱਗੋਂ ਉਹ ਮੁੜ ਵਿਚਾਰ ਕਰਨਗੇ। ਕਈ ਮੁਲਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅੱਗੋਂ ਤੋਂ ਜੋ ਲੇਬਰ ਮੰਗਾਈ ਜਾਏ ਉਹ ਭਾਰਤ ਤੋਂ ਨਹੀਂ, ਉਹ ਮੁਸਲਮਾਨੀ ਮੁਲਕਾਂ ਤੋਂ ਹੀ ਲੇਬਰ ਮੰਗਾਉਣ। ਔਰ ਇਹ ਸਾਰਾ ਕੁਝ ਸਿਰਫ ਇਸ ਕਰਕੇ ਹੋਇਆ ਹੈ ਕਿ ਦੇਸ਼ ਅੰਦਰ ਮੁਸਲਮਾਨਾਂ ਦੀ ਜ਼ਿੰਦਗੀ ਨੂੰ ਇੰਨਾ ਦੂਬਰ ਕਰਤਾ ਹੈ, ਕਦੀ ਉਹਨਾਂ ਦੀ ਨਮਾਜ਼ ਨਹੀਂ ਪੜ੍ਹਨ ਦੇਣੀ, ਕਦੀ ਉਹਨਾਂ ਨੂੰ ਬੀਫ ਦੀ ਸਮੱਸਿਆ ਖੜੀ ਕਰਦੀ, ਕਦੀ ਹਿਜਾਬ ਦੀ ਸਮੱਸਿਆ ਕਰਦੀ, ਕਦੀ ਹਜੂਮੀ ਕਤਲ ਕਰ ਦੇਣੇ, ਕਦੀ ਟ੍ਰੇਡ ਵਿੱਚ ਬੈਠੇ ਕਿਸੇ ਮੁਸਲਮਾਨ ਜੋੜੇ 'ਤੇ ਹਮਲਾ ਕਰ ਦੇਣਾ। ਔਰ ਇਸ ਪ੍ਰਕਾਰ ਮਸਜਿਦਾਂ 'ਤੇ ਲਹਿਰਾਂ ਚੱਲ ਰਹੀਆਂ ਕਿ ਇੱਕ ਤੋਂ ਬਾਅਦ ਦੂਸਰੀ ਮਸਜਿਦ ਜਿਹੜੀ ਹੈ ਉਹ ਵਾਪਸ ਲੈ ਕੇ ਮੰਦਰ ਬਣਾਇਆ ਜਾਣਾ। ਔਰ ਇੱਥੇ ਹੀ ਬਸ ਨਹੀਂ, ਜਿਹੜੇ ਮੁਸਲਮਾਨਾਂ ਦੇ ਘਰ ਬਣੇ ਹੋਏ ਹਨ ਉਹਨਾਂ 'ਤੇ ਬੁਲਡੋਜ਼ਰ ਥਾਂ ਥਾਂ ਸਾਰੇ ਦੇਸ਼ 'ਚ ਫੇਰੇ ਜਾ ਰਹੇ ਹਨ। ਬੁਲਡੋਜ਼ਰ ਇੱਕ ਅਤਿਆਚਾਰ ਦਾ, ਇੱਕ ਜ਼ੁਲਮ ਦਾ ਸਿੰਬਲ ਬਣ ਚੁੱਕਾ ਹੈ। ਤੋ ਅਜਿਹੀ ਅਵਸਥਾ ਵਿੱਚ BJP ਦੇ ਵਰਕਰਾਂ ਦੀਆਂ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹਨਾਂ ਨੇ ਇਹ ਜਿਹੜੀ ਸਮੱਸਿਆ ਖੜੀ ਕੀਤੀ ਹੈ ਨੂਪਰ ਨੇ, ਉਹ ਉਸੇ ਬੁਲੰਦੀਆਂ ਵਿੱਚ ਉੱਡਦੀ ਹੋਈ ਉਹ ਉੜਦੀ ਜਾ ਕੇ ਨਬੀ ਦੀ ਜ਼ਿੰਦਗੀ ਉੱਪਰ ਉਸਨੇ ਨਜਾਇਜ਼ ਢੰਗ ਨਾਲ ਬੜੀ ਭੱਦੀ ਭਾਸ਼ਾ ਵਿੱਚ ਇੱਕ ਹਮਲਾ ਕਰਕੇ ਦੇਸ਼ ਨੂੰ ਅਜਿਹੀ ਨਮੋਸ਼ੀ ਵਿੱਚ ਪਾ ਦਿੱਤਾ ਹੈ, ਜਿਸ ਲਈ ਕਿ ਦੇਸ਼ ਨੂੰ ਮਾਫੀ ਮੰਗਣੀ ਪਏਗੀ। ਦੇਸ਼ ਕਿੰਨੀ ਕੁ ਦੇਰ ਇਸ ਮਾਫੀ ਮੰਗਣ ਤੋਂ ਬਚੇਗਾ? ਪਰ ਸਵਾਲ ਇਹ ਹੈ ਕਿ ਜਦ ਇਹ ਮਾਫੀ ਦੇਸ਼ ਨੂੰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਜਿਹੜਾ ਇਹ ਕਾਰਜ ਰਚਾਇਆ ਹੈ, ਇਹ ਰਚਾਇਆ ਹੈ BJP ਦੀ ਸਪੋਕਸਪਰਸਨ ਨੇ। ਸਪੋਕਸਪਰਸਨ ਨੈਸ਼ਨਲ BJP ਪਾਰਟੀ ਦੀ ਹੈ। ਤੋਂ ਪਹਿਲੇ ਤਾਂ BJP ਨੂੰ ਇਹ ਮਾਫੀ ਮੰਗ ਕੇ ਮਸਲਾ ਸੁਲਝਾਉਣਾ ਪਊਗਾ। ਇਹ ਕਿੰਨੀ ਕੁ ਦੇਰ ਟਾਲਮ ਟੋਲ ਕਰਨਗੇ, ਇਹ ਬੜਾ ਮੁਸ਼ਕਲ ਜਾਪਦਾ ਹੈ, ਕਿਉਂਕਿ ਇਸਲਾਮਿਕ ਮੁਲਕਾਂ ਵਿੱਚ ਆਲਰੇਡੀ ਉੱਥੋਂ ਦੇ ਹਿੰਦੂਆਂ ਵਿਰੁੱਧ ਜਿਹੜੇ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਔਰ ਉਹਨਾਂ ਨੂੰ ਉੱਥੇ ਖਤਰੇ ਵਿੱਚ ਰਹਿਣਾ ਪੈ ਰਿਹਾ ਹੈ, ਉਹਨਾਂ ਨੂੰ ਡਰ ਲੱਗ ਰਹੇ ਹਨ। ਅਤੇ ਇਸ ਲਈ ਅਸੀਂ ਅੱਜ ਦੀ ਇਸ ਚਰਚਾ ਨੂੰ ਇੱਥੇ ਹੀ ਖਤਮ ਕਰਦੇ ਹਾਂ ਔਰ ਮੈਂ ਇਸ ਤੋਂ ਬਾਅਦ ਫਿਰ ਇੱਕ ਚਰਚਾ ਲੈ ਕੇ ਆਵਾਂਗਾ
ਜਿਹਦੇ ਵਿੱਚ ਮੈਂ ਨੂਪਰ ਦੀ ਜ਼ਿੰਦਗੀ ਬਾਰੇ, ਉਹਦੀ, ਉਹ ਫ੍ਰਿੰਜ ਲੀਡਰ ਨਹੀਂ ਹੈ, ਮੈਂ ਉਹਦਾ ਪ੍ਰੋਫਾਈਲ ਵਿੱਚ ਦੱਸਾਂਗਾ ਕਿ ਨੂਪਰ ਕੌਣ ਹੈ ਤੇ ਨੂਪਰ ਨੇ ਇਹ ਜੋ ਸ਼ਰਾਰਤ ਕੀਤੀ ਹੈ ਉਸ ਪਿੱਛੇ ਉਹਦੀ ਕੀ ਸੋਚ ਹੈ। ਧੰਨਵਾਦ।